ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਤ੍ਰਿਪਤਾ ਜੀ। ਬਾਣੀ ਵਿੱਚ ਫਰਮਾਨ ਹੈ, ਜਨਨੀ ਜਣੇ ਤਾਂ ਭਗਤ ਜਨ, ਕਿਆ ਦਾਤਾ ਕਿਆ ਸੂਰ, ਨਹੀਂ ਤਾਂ ਜਨਨੀ ਬਾਝ ਰਹੇ, ਕਾਹੇ ਗਵਾਵੇ ਨੂਰ। ਉਹੀ ਨਾਰੀ ਭਾਗਾਂ ਵਾਲੀ ਏ ਜਿਸ ਦੀ ਕੁੱਖੋਂ ਕੋਈ ਮਹਾਨ ਆਤਮਾ ਜਾਂ ਭਗਤ ਜਨਮ ਲੈਂਦਾ ਹੈ। ਉਹ ਮਾਂ ਵੀ ਕਰਮਾਂ ਵਾਲੀ ਹੈ ਜੋ ਕਿਸੇ ਦਾਤੇ ਨੂੰ ਜਾਂ ਸੂਰਬੀਰ ਬਹਾਦਰ ਨੂੰ ਜਨਮ ਦਿੰਦੀ ਹੈ। ਆਮ ਮਨੁੱਖਾਂ ਵਿੱਚੋਂ ਕੋਈ ਵਿਰਲਾ ਹੀ ਇਹਨਾਂ ਤਿੰਨਾਂ ਗੁਣਾਂ ਵਿੱਚੋਂ ਇੱਕ ਗੁਣ ਦਾ ਗੁਣਵਾਨ ਹੁੰਦਾ ਹੈ। ਸਾਡੇ ਇਤਿਹਾਸ ਵਿੱਚ ਮਾਤਾ ਤ੍ਰਿਪਤਾ ਜੀ ਉਹ ਸੁਭਾਗੀ ਨਾਰੀ ਹੈ ਜਿਸ ਨੇ ਇਹਨਾਂ ਤਿੰਨਾਂ ਵਿਸ਼ੇਸ਼ਤਾਈਆਂ ਭਰਪੂਰ ਆਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿੱਤਾ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਨਾਂ ਇਸ ਕਰਕੇ ਅਮਰ ਰਹੇਗਾ ਕਿ ਉਹਨਾਂ ਦੀ ਸ਼ਖਸੀਅਤ ਤੇ ਪਰਉਪਕਾਰ ਨੇ ਖੱਡ ਵਿੱਚ ਡਿੱਗੀ ਹੋਈ ਮਾਨਵਤਾ ਨੂੰ ਚੁੱਕ ਕੇ ਆਕਾਸ਼ ਦੀਆਂ ਉਚਾਈਆਂ ਤੱਕ ਪਹੁੰਚਾਇਆ। ਉੱਥੇ ਮਾਤਾ ਤ੍ਰਿਪਤਾ ਜੀ ਦਾ ਨਾਂ ਇਸ ਲਈ ਵੀ ਅਮਰ ਰਹੇਗਾ ਕਿਉਂਕਿ ਉਹਨਾਂ ਦੀ ਪਵਿੱਤਰ ਕੁੱਖ ਨੇ ਇਸ ਰੱਬੀ ਨੂਰ ਨੂੰ ਸੰਸਾਰ ਦੀ ਅਗਵਾਈ ਲਈ ਜਨਮ ਦਿੱਤਾ। ਸਦੀਆਂ ਤੋਂ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ। ਭਾਵੇਂ ਵਿੱਚ ਕੁਝ ਸਮਾਂ ਨਾਰੀ ਦੇ ਸਤਿਕਾਰ ਦਾ ਵੀ ਆਇਆ, ਪਰ ਬਹੁਤਾ ਸਮਾਂ ਇਹਨੂੰ ਘਰ ਦੀ ਚਾਰ ਦੀਵਾਰੀ ਵਿੱਚ ਰਹਿਣ, ਬੱਚਿਆਂ ਨੂੰ ਜਨਮ ਦੇਣ, ਪਾਲਣ ਤੇ ਘਰ ਗ੍ਰਸਥੀ ਨੂੰ ਚਲਾਉਣ ਵਿੱਚ ਸਹਾਇਕ ਤੇ ਅਧੀਨ ਹੀ ਸਮਝਿਆ ਗਿਆ। ਸਾਡੇ ਦੇਸ਼ ਨੇ ਬਹੁਤ ਚਿਰ ਉਹ ਦੌਰ ਵੀ ਵੇਖਿਆ ਜਦੋਂ ਕੁੜੀਆਂ ਜੰਮਣ ਤੇ ਮਾਰ ਦੇਣ ਦੀ ਪ੍ਰਥਾ ਸੀ। ਹੁਣ ਵੀ ਕੁਝ ਖੇਤਰਾਂ ਵਿੱਚ ਜੇ ਪਤਾ ਲੱਗ ਜਾਏ ਕਿ ਬੱਚੀ ਦੀ ਹੋਂਦ ਨਿਸ਼ਚਿਤ ਹੈ ਤਾਂ ਉਸ ਨੂੰ ਜਨਮ ਤੋਂ ਪਹਿਲਾਂ ਹੀ ਸੰਸਾਰ ਤੇ ਆਉਣ ਤੋਂ ਰੋਕ ਦਿੱਤਾ ਜਾਂਦਾ ਹੈ। ਸਾਡੇ ਪੰਜਾਬੀ ਸਮਾਜ ਵਿੱਚ ਹੀ ਨਹੀਂ, ਦੁਨੀਆ ਭਰ ਵਿੱਚ ਹੀ ਮਾਂ ਦਾ ਸਤਿਕਾਰਯੋਗ ਸਥਾਨ ਹੈ, ਕਿਉਂਕਿ ਮਾਂ ਵਿੱਚ ਪਿਆਰ, ਕੁਰਬਾਨੀ ਤੇ ਸੇਵਾ ਦਾ ਜੋ ਜਜ਼ਬਾ ਹੁੰਦਾ ਹੈ ਉਹ ਹੋਰ ਕਿਸੇ ਰਿਸ਼ਤੇ ਵਿੱਚ ਨਹੀਂ। ਪੰਜਾਬੀ ਵਿੱਚ ਅਖਾਣ ਪ੍ਰਸਿੱਧ ਹੈ, ਮਾਵਾਂ ਠੰਡੀਆਂ ਛਾਵਾਂ। ਪਰ ਜਿਹੜੀ ਮਾਂ ਆਪਣੀ ਸੰਤਾਨ ਨੂੰ ਸੰਸਾਰ ਦੇ ਮਹਾਨ ਕਾਰਜ ਕਰਨ ਵਿੱਚ ਉਤਸ਼ਾਹਿਤ ਕਰੇ, ਉਹ ਵਡਭਾਗੀ ਮਾਂ ਹੈ। ਸੰਸਾਰ ਦੀਆਂ ਅਜਿਹੀਆਂ ਮਹਾਨ ਮਾਵਾਂ ਵਿੱਚੋਂ ਮਾਤਾ ਤ੍ਰਿਪਤਾ ਜੀ ਇੱਕ ਹਨ, ਜਿਨ੍ਹਾਂ ਦੇ ਕੋਮਲ ਹਿਰਦੇ ਨੇ ਗੁਰੂ ਨਾਨਕ ਦੇਵ ਜੀ ਵਰਗੀ ਨੂਰਾਨੀ ਸ਼ਖਸੀਅਤ ਨੂੰ ਜਨਮ ਦਿੱਤਾ ਤੇ ਸਦਾ ਪਿਆਰ ਭਰੀਆਂ ਨਜ਼ਰਾਂ ਨਾਲ ਉਹਦੇ ਹਰ ਕਰਤੱਵ ਨੂੰ ਵੇਖਿਆ ਤੇ ਅਸੀਸਾਂ ਦਿੱਤੀਆਂ। ਆਪਣੀ ਇਲਾਹੀ ਜੋਤ ਸਪੁੱਤਰ ਨੂੰ ਵੇਖ ਕੇ ਹਿਰਦੇ ਵਿੱਚ ਠੰਡ ਪਈ ਤੇ ਸਾਲਾਂ ਬੱਧੀ ਪੁੱਤਰ ਤੋਂ ਵਿਛੜੀ ਮਾਂ ਬਿਰਹਾਂ ਵਿੱਚ ਉਹਨਾਂ ਨੂੰ ਯਾਦ ਕਰਦੀ ਰਹੀ ਅਤੇ ਜੀਵਨ ਦੇ ਆਖਰੀ ਸਮੇਂ ਉਸੇ ਸਪੁੱਤਰ ਦੇ ਦਰਸ਼ਨ ਕਰਦਿਆਂ ਪਰਲੋਕ ਗਮਨ ਕੀਤਾ। ਮਾਤਾ ਤ੍ਰਿਪਤਾ ਜੀ ਦੇ ਜਨਮ ਸਥਾਨ ਤੇ ਮਾਪਿਆਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਜਨਮ ਸਾਲ ਬਾਰੇ ਤਾਂ ਸ਼ਾਇਦ ਕਿਸੇ ਲੇਖਕ ਨੇ ਵੀ ਉਸ ਜ਼ਮਾਨੇ ਵਿੱਚ ਸੂਚਨਾ ਇਕੱਤਰ ਕਰਨ ਦਾ ਯਤਨ ਵੀ ਨਹੀਂ ਕੀਤਾ ਹੋਵੇਗਾ। ਭਾਈ ਕਾਨ ਸਿੰਘ ਨਾਭਾ ਨੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਤ੍ਰਿਪਤਾ ਮਾਤਾ ਦਾ ਜਨਮ ਮਾਝੇ ਦੇ ਪਿੰਡ ਚਾਹਲ ਵਿੱਚ ਹੋਇਆ। ਇਹ ਚਾਹਲ ਲਾਹੌਰ ਛਾਉਣੀ ਤੋਂ ਲਗਭਗ 8 ਮੀਲ ਹੈ। ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਇਹਨਾਂ ਦੇ ਪਿਤਾ ਦਾ ਨਾਂ ਰਾਮਾ ਤੇ ਮਾਤਾ ਦਾ ਨਾਂ ਸਬਰਾਈ ਸੀ। ਤ੍ਰਿਪਤਾ ਮਾਤਾ ਦੇ ਵੀਰ ਦਾ ਨਾਂ ਕ੍ਰਿਸ਼ਨ ਲਿਖਿਆ ਮਿਲਦਾ ਹੈ। ਇਸ ਤੋਂ ਵੱਧ ਉਹਨਾਂ ਦੇ ਬਾਲਪਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਸਾਖੀਕਾਰਾਂ ਅਨੁਸਾਰ ਤ੍ਰਿਪਤਾ ਬਾਲਪਨ ਵਿੱਚ ਬੜੀ ਸੁੰਦਰ ਤੇ ਚੰਗੇ ਨੈਣ ਨਕਸ਼ਾਂ ਵਾਲੀ ਬੱਚੀ ਸੀ। ਮਾਨਸਿਕ ਤੌਰ ਤੇ ਸੰਤੁਸ਼ਟ, ਸ਼ਾਂਤ ਸੁਭਾਅ ਤੇ ਮਿੱਠ ਬੋਲੜੀ ਸੀ। ਅਜਿਹੇ ਗੁਣਾਂ ਵਾਲੀਆਂ ਬੱਚੀਆਂ ਪਰਿਵਾਰ ਵਿੱਚ ਮਾਣ ਸਤਿਕਾਰ ਤੇ ਬਹੁਤ ਪਿਆਰ ਪਾਉਂਦੀਆਂ ਹਨ। ਸੁਘੜ ਸਿਆਣੀ ਸਮਝ ਕੇ ਮਾਪਿਆਂ ਨੇ ਸਮੇਂ ਅਨੁਸਾਰ ਭਾਸ਼ਾ ਗਿਆਨ ਵੀ ਦਿਵਾਇਆ, ਘਰ ਦੇ ਕੰਮਕਾਜ ਲਈ ਵੀ ਸੁਚੇਤ ਰੂਪ ਵਿੱਚ ਪਰਪੱਕ ਕੀਤਾ, ਗ੍ਰਸਥ ਜੀਵਨ ਵਿੱਚ ਸਫਲ ਹੋਣ ਲਈ ਨਿਪੁੰਨ ਵੀ ਬਣਾਇਆ। ਕਹਿੰਦੇ ਹਨ ਕਿ ਧੀਆਂ ਤੇ ਬਹੁਤ ਵੱਡਾ ਅਸਰ ਮਾਂ ਦਾ ਹੁੰਦਾ ਹੈ। ਜਿਹੋ ਜਿਹਾ ਸੁਭਾਅ, ਵਤੀਰਾ ਤੇ ਰੁਚੀਆਂ ਮਾਂ ਦੀਆਂ ਹੋਣ, ਉਹੋ ਜਿਹੀਆਂ ਧੀ ਵਿੱਚ ਵੀ ਹੁੰਦੀਆਂ ਹਨ। ਮਾਂ ਸਬਰਾਈ ਧਾਰਮਿਕ ਬਿਰਤੀ ਵਾਲੀ ਔਰਤ ਸੀ।
ਪ੍ਰਭੂ ਭਗਤੀ ਵਿੱਚ ਨਿੱਤ ਕੁਝ ਸਮਾਂ ਵੀ ਜ਼ਰੂਰ ਲਗਾਉਂਦੀ। ਇਸ ਦੇ ਪ੍ਰਭਾਵ ਨਾਲ ਹੀ ਤ੍ਰਿਪਤਾ ਈਸ਼ਵਰ ਭਗਤੀ ਨੂੰ ਤਰਜੀਹ ਦਿੰਦੀ। ਜੇ ਕੋਈ ਸਾਧੂ ਪਿੰਡ ਵਿੱਚ ਆ ਜਾਂਦਾ ਤਾਂ ਉਹ ਉਤਸ਼ਾਹ ਨਾਲ ਉਸ ਦੀ ਸੇਵਾ ਤੇ ਦਾਨ ਪੁੰਨ ਕਰਕੇ ਖੁਸ਼ ਹੁੰਦੀ। ਜਦ ਬੱਚੀ ਤ੍ਰਿਪਤਾ ਜਵਾਨ ਹੋਈ ਤਾਂ ਪਿਤਾ ਰਾਮਾ ਜੀ ਨੇ ਉਹਦੇ ਲਈ ਵਰ ਲੱਭਣਾ ਸ਼ੁਰੂ ਕੀਤਾ। ਸਿਆਣੇ ਮਾਪਿਓ ਇਹ ਵੇਖਦੇ ਹਨ ਕਿ ਸਮਾਨ ਗੁਣਾਂ ਵਾਲਾ ਵਰ ਉਹਨਾਂ ਦੀ ਬੱਚੀ ਨੂੰ ਮਿਲੇ ਤਾਂ ਕਿ ਜੀਵਨ ਸੁਖੀ ਬੀਤੇ। ਇਸੇ ਭਾਲ ਵਿੱਚ ਅਖੀਰ ਉਹਨਾਂ ਮਾਝੇ ਦੇ ਨੌਜਵਾਨ ਕਲਿਆਣ ਦਾਸ ਜੀ ਨਾਲ ਰਿਸ਼ਤਾ ਕਰ ਦਿੱਤਾ। ਮਹਿਤਾ ਕਲਿਆਣ ਦਾਸ ਦਾ ਬੇਦੀ ਖਾਨਦਾਨ ਸੀ ਤੇ ਉਹ ਮਹਿਤਾ ਅਖਵਾਉਂਦੇ ਸਨ। ਰਾਏ ਭੋਏ ਦੀ ਤਲਵੰਡੀ ਵਿੱਚ ਪਟਵਾਰੀ ਸਨ ਤੇ ਪੜ੍ਹੇ ਲਿਖੇ ਹੋਣ ਕਾਰਨ ਹਾਕਮ ਵਰਗ ਵਿੱਚ ਉਹਨਾਂ ਦਾ ਚੋਖਾ ਅਸਰ ਰਸੂਖ ਤੇ ਸਤਿਕਾਰ ਸੀ। ਤ੍ਰਿਪਤਾ ਜੀ ਦੁਲਹਨ ਬਣ ਕੇ ਥਾਣਾ ਬਰਕੀ ਤੋਂ ਰਾਏ ਭੋਏ ਦੀ ਤਲਵੰਡੀ ਆ ਗਏ। ਵਿਆਹ ਦੇ ਸਾਲ ਬਾਰੇ ਕਿਧਰੇ ਕੋਈ ਲਿਖਤ ਜਾਂ ਜਾਣਕਾਰੀ ਨਹੀਂ ਮਿਲੀ। ਮਾਤਾ ਤ੍ਰਿਪਤਾ ਦੇ ਵਿਆਹ ਤੋਂ ਕੁਝ ਸਾਲ ਪਿੱਛੋਂ ਉਹਨਾਂ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ। ਇਸ ਬੱਚੀ ਦੇ ਜਨਮ ਸਮੇਂ ਤ੍ਰਿਪਤਾ ਜੀ ਆਪਣੇ ਪੇਕਿਆਂ ਦੇ ਘਰ ਪਿੰਡ ਚਾਹਲ ਆਏ ਹੋਏ ਸਨ। ਇੱਥੇ ਹੀ ਉਹਨਾਂ ਵਿਆਮ ਕੱਟਿਆ। ਨਾਨਕੇ ਘਰ ਵਿੱਚ ਜਿਸ ਬੱਚੀ ਦਾ ਜਨਮ ਹੋਇਆ ਉਸ ਦਾ ਨਾਂ ਨਾਨਕੀ ਰੱਖਿਆ ਗਿਆ। ਇਹੀ ਨਾਨਕੀ ਸਿੱਖ ਇਤਿਹਾਸ ਵਿੱਚ ਬੇਬੇ ਨਾਨਕੀ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਭੈਣ ਨਾਨਕੀ ਦੇ ਜਨਮ ਤੋਂ 5 ਸਾਲ ਪਿੱਛੋਂ ਮਾਤਾ ਤ੍ਰਿਪਤਾ ਦੇ ਘਰ ਜਿਸ ਬਾਲਕ ਦਾ ਜਨਮ ਹੋਇਆ ਉਹਦਾ ਨਾਂ ਖੁਸ਼ੀਆਂ ਤੇ ਮਲਾਰਾਂ ਨਾਲ ਨਾਨਕੀ ਦਾ ਵੀਰ ਨਾਨਕ ਰੱਖਿਆ ਗਿਆ। ਬਸ ਇਹੀ ਮਾਤਾ ਤ੍ਰਿਪਤਾ ਦੀ ਕੁਲ ਸੰਤਾਨ ਸੀ। ਗੁਰੂ ਨਾਨਕ ਇਲਾਹੀ ਜੋਤ ਸੀ। ਉਹਨਾਂ ਦੇ ਜਨਮ ਸਮੇਂ ਉਸ ਕਮਰੇ ਵਿੱਚ ਇਲਾਹੀ ਨੂਰ ਦਾ ਇੱਕ ਅਨੋਖਾ ਜਿਹਾ ਪ੍ਰਕਾਸ਼ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੇ ਸਮੇਂ ਦੇ ਇਸ ਪ੍ਰਭਾਵ ਨੂੰ ਕਈ ਜਨਮ ਸਾਖੀਆਂ ਦੇ ਲੇਖਕਾਂ ਨੇ ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਸਭ ਤੋਂ ਪਹਿਲਾਂ ਦਾਈ ਦੌਲਤਾਂ ਨੇ ਇਸ ਰੱਬੀ ਨੂਰ ਦੇ ਦਰਸ਼ਨ ਕਰਕੇ ਵਧਾਈ ਦਿੰਦਿਆਂ ਮਾਤਾ ਤ੍ਰਿਪਤਾ ਜੀ ਨੂੰ ਦੱਸਿਆ ਕਿ ਇਹ ਜੱਗ ਤੋਂ ਨਿਆਰਾ ਬਾਲਕ ਹੈ ਅਤੇ ਹਸੂ ਕਰਦਾ ਸੰਸਾਰ ਤੇ ਆਇਆ ਹੈ। 15ਵੀਂ ਸਦੀ ਵਿੱਚ ਸਰਦੇ ਪੁੱਜਦੇ ਆਮ ਘਰਾਂ ਵਿੱਚ ਇਹ ਰਿਵਾਜ ਪ੍ਰਚਲਿਤ ਸੀ ਕਿ ਨਵਜਨਮੇ ਬੱਚੇ ਬਾਰੇ ਅਨੁਮਾਨ ਲਾਉਣ ਵਾਲੇ ਪੰਡਤਾਂ ਸਿਆਣਿਆਂ ਨੂੰ ਬੁਲਾ ਕੇ ਬੱਚੇ ਬਾਰੇ ਜਨਮ ਪੱਤਰੀ ਬਣਵਾਈ ਜਾਵੇ। ਇਹ ਅਨੁਮਾਨ ਲਾਉਂਦੇ ਕਿ ਵੱਡਾ ਹੋ ਕੇ ਉਹ ਬਾਲਕ ਘਰ ਪਰਿਵਾਰ ਸਮਾਜ ਤੇ ਧਰਮ ਬਾਰੇ ਕਿਹੋ ਜਿਹਾ ਨਿਕਲੇਗਾ। ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਿੱਛੋਂ ਛੇਤੀ ਹੀ ਤਲਵੰਡੀ ਦੇ ਪੰਡਤ ਹਰਦਿਆਲ ਨੂੰ ਬੁਲਾਇਆ ਗਿਆ। ਮਾਤਾ ਤ੍ਰਿਪਤਾ ਨੇ ਬੜੇ ਗੌਰ ਨਾਲ ਪੰਡਤ ਹਰਦਿਆਲ ਦੇ ਪ੍ਰਗਟਾਏ ਖਿਆਲਾਂ ਨੂੰ ਸੁਣਿਆ ਤੇ ਗਦਗਦ ਹੋ ਉੱਠੀ। ਉਸ ਦੀ ਅੰਤਰ-ਆਤਮਾ ਨੂੰ ਅਨੁਭਵ ਹੋਇਆ ਜਿਵੇਂ ਪ੍ਰਭੂ ਪਰਮਾਤਮਾ ਨੇ ਆਪਣੇ ਸੂਖਮ ਸਰੂਪ ਨੂੰ ਉਹਦੀ ਕੁੱਖ ਵਿੱਚ ਸਰੂਪ ਦਿੱਤਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਪੰਡਤ ਹਰਦਿਆਲ ਨੇ ਬਾਲਕ ਨਾਨਕ ਜੀ ਦੇ ਦਰਸ਼ਨ ਕਰਕੇ ਕਿਹਾ, ਇਹ ਵੱਡਾ ਅਵਤਾਰ ਪੁਰਖ ਹੈ। ਏਵੜ ਅਵਤਾਰੀ ਅੱਗੇ ਕੋਈ ਨਹੀਂ ਹੋਇਆ। ਰਾਮ ਹੋਇਆ ਤੇ ਕਿਸ਼ਨ ਹੋਇਆ, ਪਰ ਉਹਨਾਂ ਨੂੰ ਹਿੰਦੂ ਹੀ ਪੂਜਦੇ ਹਨ। ਇਸ ਨੂੰ ਹਿੰਦੂ ਮੁਸਲਮਾਨ ਪੂਜਣਗੇ। ਇਸ ਦਾ ਨਾਮ ਜ਼ਿਮੀ ਅਸਮਾਨ ਵਿੱਚ ਰਾਵੀ ਜਾਵੇਗਾ। ਵਣ ਤ੍ਰਿਣ ਨਾਨਕ ਨਾਨਕ ਹੋ ਜਾਵੇਗਾ। ਇਸ ਤਾਈਂ ਸਮੁੰਦਰ ਰਾਹ ਦੇਵੇਗਾ ਅਤੇ ਧਰਤੀ ਰਾਹ ਦੇਵੇਗੀ। ਅਸਮਾਨ ਰਾਹ ਦੇਵੇਗਾ। ਇਹ ਨਿਰੰਕਾਰ ਹੀ ਜਾਪੇਗਾ। ਹਰ ਮਾਂ ਆਪਣੇ ਬੱਚਿਆਂ ਦੀ ਪਾਲਣਾ ਵੱਲ ਵਧੇਰੇ ਧਿਆਨ ਦਿੰਦੀ ਹੈ ਤੇ ਸਮਰੱਥਾ ਅਨੁਸਾਰ ਸੁੱਖ ਸਾਧਨ ਜੁਟਾਉਂਦੀ ਹੈ। ਪਰ ਤ੍ਰਿਪਤਾ ਦੇ ਮਨ ਵਿੱਚ ਇਹ ਪ੍ਰਭਾਵ ਘਰ ਕਰਦਾ ਜਾ ਰਿਹਾ ਸੀ ਕਿ ਉਹਦਾ ਸੁਪੁੱਤਰ ਸਧਾਰਨ ਬਾਲਕਾਂ ਵਰਗਾ ਨਹੀਂ, ਇਲਾਹੀ ਜੋਤ ਹੈ। ਇਸ ਲਈ ਉਹ ਪਲ ਪਲ ਪੁੱਤਰ ਦੇ ਦਰਸ਼ਨ ਕਰਕੇ ਉਹਦੇ ਕਲੇਜੇ ਨੂੰ ਠੰਡ ਪੈਂਦੀ ਤੇ ਸੁੱਖ ਮਿਲਦਾ। ਬਾਲਕ ਨਾਨਕ ਜੀ ਅਸਧਾਰਨ ਰੁਚੀਆਂ ਵਾਲੇ ਹੋਣ ਕਾਰਨ ਨਾ ਆਮ ਬਾਲਕਾਂ ਵਾਂਗ ਖੇਡਦੇ, ਨਾ ਸ਼ਰਾਰਤਾਂ ਕਰਦੇ ਤੇ ਨਾ ਹੀ ਹਰ ਚੀਜ਼ ਚੁੱਕਦੇ ਫੜਦੇ ਖਾਂਦੇ।
ਬਾਲ ਅਵਸਥਾ ਵਿੱਚ ਹੀ ਉਹ ਗਹਿਰ ਗੰਭੀਰ ਤੇ ਸੋਚ ਸਮੁੰਦਰ ਵਿੱਚ ਟੁੱਬੀਆਂ ਲਾਉਂਦੇ ਰਹਿੰਦੇ। ਜਦ ਮੰਜੇ ਤੇ ਲੇਟੇ ਆਕਾਸ਼ ਵੱਲ ਟਿਕਟਿਕੀ ਲਾ ਕੇ ਵੇਖਦੇ ਤਾਂ ਮਾਂ ਤ੍ਰਿਪਤਾ ਨੂੰ ਉਦੋਂ ਧੂ ਪੈਂਦੀ। ਜਦੋਂ ਮਹਿਤਾ ਕਾਲੂ ਜੀ ਨੂੰ ਮਹਿਸੂਸ ਹੁੰਦਾ ਕਿ ਪੁੱਤਰ ਬਿਮਾਰ ਹੈ, ਇਸ ਦੇ ਰੋਗ ਦਾ ਪਤਾ ਲਾਉਣਾ ਚਾਹੀਦਾ ਹੈ ਤੇ ਇਲਾਜ ਕਰਵਾਉਣਾ ਚਾਹੀਦਾ ਹੈ, ਉਹਨਾਂ ਤੁਰੰਤ ਵੈਦ ਨੂੰ ਬੁਲਾਇਆ। ਉਹਨੇ ਬਾਂਹ ਫੜ ਕੇ ਨਬਜ਼ ਵੇਖੀ, ਪਰ ਉਹਨੂੰ ਕੋਈ ਰੋਗ ਨਾ ਲੱਭਾ। ਇਸ ਘਟਨਾ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਆਪ ਵਰਣਨ ਕੀਤਾ ਹੈ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹੇ, ਭੋਲਾ ਵੈਦ ਨਾ ਜਾਣੇ, ਕਰਕ ਕਲੇਜੇ ਮਾਹੇ। ਜਦੋਂ ਮਾਤਾ ਤ੍ਰਿਪਤਾ ਦਾ ਲਾਲ ਪੜ੍ਹਾਈ ਸ਼ੁਰੂ ਕਰਨ ਵਾਲੀ ਉਮਰ ਦਾ ਹੋਇਆ ਤਾਂ ਪਹਿਲਾਂ ਪੰਨ ਦੇ ਪਾਸ ਪੜ੍ਹਨ ਲਈ ਭੇਜਿਆ ਗਿਆ। ਉਹਨੇ ਵੀ ਛੇਤੀ ਅਨੁਮਾਨ ਲਾ ਲਿਆ ਕਿ ਇਹ ਤਾਂ ਧੁਰੋਂ ਸਭ ਕੁਝ ਸਿੱਖਿਆ ਸਿਖਾਇਆ ਆਇਆ ਹੈ, ਹੁਣ ਇਹ ਸਾਡੇ ਪਾਸ ਪੜ੍ਹਨ ਨਹੀਂ ਪੜ੍ਹਾਉਣ ਲਈ ਆਇਆ ਹੈ। ਹੁਣ ਵੀ ਮਹਿਤਾ ਕਾਲੂ ਜੀ ਨੂੰ ਇਹ ਗਿਆਨ ਨਾ ਹੋਇਆ ਕਿ ਉਹਨਾਂ ਦਾ ਪੁੱਤਰ ਅਵਤਾਰੀ ਪੁਰਸ਼ ਹੈ। ਇਸ ਲਈ ਉਹਦੀ ਸੰਸਾਰੀ ਉਮਰ ਵਿੱਚ ਅਜਿਹੇ ਕੌਤਕ ਵਰਤ ਰਹੇ ਹਨ। ਉਹ ਤਾਂ ਸੰਸਾਰੀ ਬਾਲਕਾਂ ਵਰਗੀ ਅਵਸਥਾ ਹੀ ਅਨੁਭਵ ਕਰ ਰਹੇ ਸਨ। 9 ਸਾਲ ਦੇ ਗੁਰੂ ਨਾਨਕ ਦੇਵ ਜੀ ਹੋਏ ਤਾਂ ਉਹਨਾਂ ਨੂੰ ਜਨੇਊ ਪਾਉਣ ਲਈ ਆਪਣੀ ਪਰਿਵਾਰਕ ਰਸਮੋ ਰਿਵਾਜ ਅਨੁਸਾਰ ਮਹਿਤਾ ਕਾਲੂ ਜੀ ਨੇ ਬੁਲਾਇਆ, ਪਰ ਗੁਰੂ ਨਾਨਕ ਦੇਵ ਜੀ ਨੇ ਉਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਪੰਡਤ ਨੂੰ ਸੰਬੋਧਨ ਕਰਕੇ ਸੁਭਾਵਕ ਆਖਿਆ ਕਿ ਮੈਂ ਤਾਂ ਆਚਰਨਿਕ ਗੁਣਾਂ ਦਾ ਜਨੇਊ ਪਾਉਣਾ ਚਾਹੁੰਦਾ ਹਾਂ। ਜੇ ਉਹ ਜਨੇਊ ਤੁਹਾਡੇ ਪਾਸ ਹੈ ਤਾਂ ਮੈਨੂੰ ਪਵਾ ਕੇ ਖੁਸ਼ੀ ਹੋਵੇਗੀ। ਗੁਰੂ ਨਾਨਕ ਦੇਵ ਜੀ ਦੀ ਆਪਣੀ ਰਚਨਾ ਵਿੱਚ ਉਹ ਵਿਚਾਰ ਅੰਕਿਤ ਹਨ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ। ਭਾਵੇਂ ਮਾਈ ਦੌਲਤਾਂ ਦਾਈ ਤੋਂ ਲੈ ਕੇ ਹਰਦਿਆਲ ਪੰਡਤ ਤੇ ਪੜ੍ਹਾਉਣ ਵਾਲੇ ਪਾਂਧੇ ਤੱਕ ਸਭ ਨੇ ਇਸ ਇਲਾਹੀ ਨੂਰ ਨੂੰ ਕੁਝ ਕੁਝ ਸਮਝ ਲਿਆ, ਪਰ ਮਾਤਾ ਪਿਤਾ ਅਜੇ ਵੀ ਪੂਰੀ ਤਰ੍ਹਾਂ ਉਹਨਾਂ ਉਚਾਈਆਂ ਤੱਕ ਨਾ ਪਹੁੰਚ ਸਕੇ ਜਿੱਥੇ ਉਹਨਾਂ ਦਾ ਸੁਪੁੱਤਰ ਵਿਚਰ ਰਿਹਾ ਸੀ। ਪਰਿਵਾਰ ਵਿੱਚੋਂ ਜੇ ਸਭ ਤੋਂ ਪਹਿਲਾਂ ਅਵਤਾਰੀ ਪੁਰਸ਼ ਨੂੰ ਸਮਝਿਆ ਤਾਂ ਉਹ ਭੈਣ ਨਾਨਕੀ ਸੀ। ਜੇ ਪਿਤਾ ਨੇ ਮੱਝਾਂ ਚਰਾਉਣ ਦਾ ਕੰਮ ਸੌਂਪਿਆ ਤਾਂ ਰਾਏ ਬੁਲਾਰ ਨੇ ਅੱਖੀਂ ਵੇਖਿਆ ਕਿ ਨਾਨਕ ਜੀ ਇੱਕ ਰੁੱਖ ਹੇਠਾਂ ਸੁੱਤੇ ਪਏ ਨੇ ਤੇ ਧੁੱਪ ਆ ਜਾਣ ਤੇ ਇੱਕ ਵੱਡਾ ਫਨੀਅਰ ਸੱਪ ਫਨ ਖਿਲਾਰ ਕੇ ਉਹਨਾਂ ਨੂੰ ਛਾਂ ਕਰ ਰਿਹਾ ਹੈ। ਉਹਨੇ ਆ ਕੇ ਮਹਿਤਾ ਕਾਲੂ ਜੀ ਨੂੰ ਦੱਸਿਆ ਤੇ ਬੜੇ ਨਿਸ਼ਚੇ ਨਾਲ ਕਿਹਾ ਕਿ ਇਹ ਰੱਬੀ ਪੁਰਸ਼ ਹੈ। ਮਾਤਾ ਤ੍ਰਿਪਤਾ ਸੱਪ ਦੇ ਛਾਂ ਕਰਨ ਵਾਲੀ ਘਟਨਾ ਸੁਣ ਕੇ ਤ੍ਰਬਕ ਗਈ ਤੇ ਪ੍ਰਭੂ ਦੇ ਸ਼ੁਕਰਾਨੇ ਵਿੱਚ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਨ ਲੱਗੀ ਕਿ ਸ਼ੁਕਰ ਹੈ ਜੋ ਪਰਮਾਤਮਾ ਨੇ ਸੱਪ ਦੇ ਹਮਲੇ ਤੋਂ ਬਚਾ ਲਿਆ ਹੈ। ਮਹਿਤਾ ਕਾਲੂ ਜੀ ਬੜੇ ਨੇਕ, ਦਿਆਲੂ ਤੇ ਜਨ ਸਧਾਰਨ ਦੇ ਦਰਦੀ ਮਨੁੱਖ ਸਨ, ਪਰ ਉਹਨਾਂ ਦੀ ਸਮਾਜਿਕ ਅਵਸਥਾ ਅੰਦਰੋਂ ਮੰਗ ਕਰ ਰਹੀ ਸੀ ਕਿ ਉਹਨਾਂ ਦਾ ਸੁਪੁੱਤਰ ਪਰਿਵਾਰਕ ਆਰਥਿਕ ਅਵਸਥਾ ਨੂੰ ਬਲਵਾਨ ਬਣਾਉਣ ਦੇ ਯੋਗ ਹੋਵੇ। ਜਨਮ ਸਾਖੀਆਂ ਅਨੁਸਾਰ ਯੁਵਕ ਅਵਸਥਾ ਵਿੱਚ ਪ੍ਰਵੇਸ਼ ਕਰਦਿਆਂ 20 ਰੁਪਏ ਦੇ ਕੇ ਸੌਦਾ ਖਰੀਦਣ ਲਈ ਨਾਨਕ ਜੀ ਨੂੰ ਸ਼ਹਿਰ ਭੇਜਿਆ ਤਾਂ ਕਿ ਉਹ ਛੋਟੇ ਨਗਰਾਂ ਵਿੱਚ ਵਸਤਾਂ ਵੇਚ ਕੇ ਕਮਾਈ ਕਰਨੀ ਸ਼ੁਰੂ ਕਰੇ। ਪਰ ਗੁਰੂ ਨਾਨਕ ਦੇਵ ਜੀ ਰਾਹ ਵਿੱਚ ਮਿਲੇ ਸੰਤਾਂ ਸਾਧੂਆਂ ਨੂੰ ਭੋਜਨ ਛਕਾ ਕੇ ਉਹ ਰਕਮ ਖਰਚ ਕਰ ਆਏ ਤੇ ਮਰਦਾਨੇ ਸਮੇਤ ਤਲਵੰਡੀ ਪਰਤੇ। ਨਗਰ ਦੇ ਬਾਹਰ ਰੁੱਖਾਂ ਦੇ ਝੁੰਡ ਵਿੱਚ ਬੈਠ ਗਏ ਤੇ ਕੁਦਰਤ ਵਿੱਚੋਂ ਕਾਦਰ ਦੇ ਦਰਸ਼ਨ ਕਰਨ ਵਿੱਚ ਬਿਰਤੀ ਲੱਗ ਗਈ। ਮਰਦਾਨੇ ਨੂੰ ਘਰ ਭੇਜ ਦਿੱਤਾ ਤੇ ਉਹਨੇ ਆ ਕੇ ਜਦ ਦੱਸਿਆ ਕਿ ਵਪਾਰ ਲਈ ਵਸਤਾਂ ਖਰੀਦਣ ਦੀ ਥਾਂ ਨਾਨਕ ਉਹ ਰਕਮ ਸੰਤਾਂ ਸਾਧੂਆਂ ਨੂੰ ਲੰਗਰ ਛਕਾਉਣ ਤੇ ਖਰਚ ਆਏ ਹਨ, ਉਸ ਬਾਰੇ ਮੈਂ ਕੁਝ ਕਿਹਾ ਤਾਂ ਉਹਨਾਂ ਨੇ ਮੈਨੂੰ ਸਮਝਾਇਆ ਕਿ ਇਹ ਸੱਚਾ ਸੌਦਾ ਹੈ। ਪਿਤਾ ਜੀ ਨੂੰ ਗੁੱਸਾ ਲੱਗਾ ਤੇ ਉਹ ਨਗਰ ਦੇ ਬਾਹਰ ਝੁੰਡ ਵੱਲ ਤਿੱਖੇ ਕਦਮ ਪੁੱਟਦੇ ਆਏ। ਉਹਨਾਂ ਦੇ ਪਿੱਛੇ ਪਿੱਛੇ ਭੈਣ ਨਾਨਕੀ ਤੇ ਮਾਤਾ ਤ੍ਰਿਪਤਾ ਜੀ ਵੀ ਦੌੜੀਆਂ ਆਈਆਂ। ਸਾਖੀਕਾਰ ਲਿਖਦੇ ਹਨ ਕਿ ਗੁੱਸੇ ਵਿੱਚ ਭਰੇ ਮਹਿਤਾ ਕਾਲੂ ਜੀ ਨੇ
ਜਦੋਂ ਸਪੁੱਤਰ ਨੂੰ ਸਜ਼ਾ ਦੇਣ ਲਈ ਹੱਥ ਚੁੱਕਿਆ ਤਾਂ ਤੁਰੰਤ ਭੈਣ ਨਾਨਕੀ ਤੇ ਮਾਤਾ ਤ੍ਰਿਪਤਾ ਨੇ ਉਹਨਾਂ ਨੂੰ ਰੋਕਿਆ। ਭੈਣ ਨਾਨਕੀ ਨੇ ਕਿਹਾ, ਮੇਰੇ ਰੱਬ ਵਰਗੇ ਵੀਰ ਨੂੰ ਕਿਉਂ ਚਪੇੜਾ ਮਾਰਨ ਲੱਗੇ ਹੋ? ਮਾਤਾ ਤ੍ਰਿਪਤਾ ਨੇ ਪਤੀ ਨੂੰ ਸ਼ਾਂਤ ਕਰਨ ਲਈ ਪੰਡਤ ਹਰਦਿਆਲ ਦੇ ਸ਼ਬਦ ਯਾਦ ਕਰਵਾਏ ਕਿ ਇਹ ਅਵਤਾਰੀ ਪੁਰਸ਼ ਹੈ ਤੇ ਇਸ ਦਾ ਜਸ ਸਾਰੇ ਸੰਸਾਰ ਵਿੱਚ ਹੋਵੇਗਾ। ਅਜਿਹੇ ਕਈ ਮੌਕੇ ਆਏ ਜਦੋਂ ਮਹਿਤਾ ਕਾਲੂ ਜੀ ਅਸ਼ਾਂਤ ਹੋਏ, ਪਰ ਮਾਤਾ ਤ੍ਰਿਪਤਾ ਜੀ ਸਦਾ ਸ਼ਾਂਤ ਰਹਿ ਕੇ ਨਾਨਕ ਜੀ ਦੇ ਹਰ ਕੌਤਕ ਨੂੰ ਵੇਖ ਕੇ ਖੁਸ਼ ਹੁੰਦੀ ਰਹੀ। ਜਦ ਬੇਬੇ ਨਾਨਕੀ ਜੀ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਪਤੀ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਰਹਿਣ ਲੱਗ ਪਈ ਤਾਂ ਮਾਪਿਆਂ ਨਾਲ ਸਲਾਹ ਕਰਕੇ ਆਪਣੇ ਵੀਰ ਨਾਨਕ ਨੂੰ ਵੀ ਸੁਲਤਾਨਪੁਰ ਲੋਧੀ ਲੈ ਗਈ। ਮਰਦਾਨਾ, ਜੋ ਉਹਨਾਂ ਦਾ ਬਚਪਨ ਵਿੱਚ ਖਿਡਾਵਾ ਤੇ ਸਾਥੀ ਸੀ, ਉਹ ਵੀ ਗੁਰੂ ਨਾਨਕ ਜੀ ਨਾਲ ਸੁਲਤਾਨਪੁਰ ਲੋਧੀ ਆ ਗਿਆ। ਮਾਤਾ ਤ੍ਰਿਪਤਾ ਜੀ ਹਰ ਆਏ ਗਏ ਤੋਂ ਆਪਣੀਆਂ ਅੱਖਾਂ ਦੇ ਨੂਰ ਸਪੁੱਤਰ ਬਾਰੇ ਸੁੱਖ ਸਾਂਦ ਦਾ ਪਤਾ ਰੱਖਦੀ ਰਹੀ। ਮਾਤਾ ਤ੍ਰਿਪਤਾ ਦੀਆਂ ਖੁਸ਼ੀਆਂ ਦਾ ਉਹ ਦਿਨ ਸਿਖਰ ਭਰਿਆ ਸੀ ਜਦੋਂ ਉਹਨਾਂ ਦੇ ਸਪੁੱਤਰ ਦਾ ਵਿਆਹ ਹੋਇਆ। ਨੂੰਹ ਦੇ ਰੂਪ ਵਿੱਚ ਸੁਲੱਖਣੀ ਜੀ ਉਹਨਾਂ ਦੇ ਘਰ ਆਈ। ਬੜੇ ਚਾਵਾਂ ਮਲਾਰਾਂ ਨਾਲ ਪੁੱਤਰ ਨੂੰ ਘਰ ਗ੍ਰਸਥੀ ਵਿੱਚ ਪ੍ਰਵੇਸ਼ ਕਰਦਿਆਂ ਵੇਖ ਕੇ ਮਾਤਾ ਤ੍ਰਿਪਤਾ ਖੁਸ਼ੀ ਨਾਲ ਫੁੱਲੀ ਨਹੀਂ ਸੀ ਸਮਾਉਂਦੀ। ਉਹਨੂੰ ਹੋਰ ਵੱਧ ਸੰਤੁਸ਼ਟਤਾ ਤੇ ਖੁਸ਼ੀ ਦੀ ਦਾਤ ਪ੍ਰਾਪਤ ਹੋਈ ਜਦੋਂ ਉਹਨੂੰ ਪਰਿਵਾਰ ਵਿੱਚੋਂ 2 ਪੁੱਤਰਿਆਂ ਸ੍ਰੀ ਚੰਦ ਤੇ ਲਖਮੀ ਦਾਸ ਜੀ ਦੀ ਦਾਤ ਪ੍ਰਾਪਤ ਹੋਈ। ਗੁਰੂ ਨਾਨਕ ਦੇਵ ਜੀ ਮਾਤਾ ਤ੍ਰਿਪਤਾ ਜੀ ਨੂੰ ਅਥਾਹ ਪਿਆਰ ਕਰਦੇ ਤੇ ਜਦ ਵੀ ਮਿਲਦੇ ਮਾਂ ਤ੍ਰਿਪਤਾ ਉਹਨਾਂ ਨੂੰ ਗਲਵੱਕੜੀ ਵਿੱਚ ਲੈਂਦੀ, ਮੱਥਾ ਚੁੰਮਦੀ ਤੇ ਅਸੀਸਾਂ ਦਿੰਦੀ। ਗੁਰੂ ਨਾਨਕ ਦੇਵ ਜੀ ਉਹਨਾਂ ਦੀ ਚਰਨ ਬੰਦਨਾ ਕਰਨ ਲੱਗਦੇ ਤਾਂ ਉਹ ਪਹਿਲਾਂ ਹੀ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਕਲੇਜੇ ਨਾਲ ਲਾ ਲੈਂਦੇ। ਜਦ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਠਾਰਨ ਲਈ ਅਤੇ ਮਨੁੱਖ ਮਾਤਰ ਨੂੰ ਜੀਵਨ ਦੀ ਨਰੋਈ ਸੇਧ ਵਿਖਾਉਣ ਲਈ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਲਈ ਚੱਲੇ ਤਾਂ ਸਭ ਤੋਂ ਪਹਿਲਾਂ ਉਹ ਰਾਏ ਭੋਏ ਦੀ ਤਲਵੰਡੀ ਪਹੁੰਚੇ। ਮਾਤਾ ਦੇ ਦਰਸ਼ਨ ਕੀਤੇ ਤਾਂ ਮਾਤਾ ਤ੍ਰਿਪਤਾ ਨੇ ਆਸ਼ੀਰਵਾਦ ਦਿੱਤੀ। ਨਾ ਨਹੀਂ ਪਾਈ, ਸਗੋਂ ਸ਼ੁਭ ਕਾਮਨਾ ਨਾਲ ਸਫ਼ਰ ਲਈ ਤੋਰਿਆ। ਕਈ ਸਾਖੀਕਾਰ ਲਿਖਦੇ ਹਨ ਕਿ 12 ਸਾਲ ਦੀ ਲੰਮੀ ਉਦਾਸੀ ਤੋਂ ਪਿੱਛੋਂ ਜਦੋਂ ਗੁਰੂ ਨਾਨਕ ਦੇਵ ਜੀ ਘਰ ਪਰਤੇ ਤਾਂ ਤੁਰੰਤ ਮਾਤਾ ਤ੍ਰਿਪਤਾ ਨੂੰ ਮਿਲਣ ਲਈ ਤਲਵੰਡੀ ਆਏ। ਸਾਖੀਕਾਰ ਲਿਖਦੇ ਹਨ ਕਿ ਮਾਤਾ ਤ੍ਰਿਪਤਾ ਨੇ ਰੋਟੀ ਪਾਈ ਤੇ ਆਪਣੇ ਸਪੁੱਤਰ ਨੂੰ ਯਾਦ ਕਰਦਿਆਂ ਮਨ ਵਿੱਚ ਕਹਿ ਰਹੀ ਸੀ ਕਿ ਅਜਿਹੀ ਰੋਟੀ ਤਾਂ ਮੇਰਾ ਲਾਡਲਾ ਬੜੀ ਪਸੰਦ ਕਰਦਾ ਸੀ। ਐਨ ਉਸੇ ਵੇਲੇ ਗੁਰੂ ਨਾਨਕ ਸਾਹਿਬ ਮਾਂ ਦੇ ਸਨਮੁਖ ਆ ਪਹੁੰਚੇ। ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਸ ਵੇਲੇ ਮਾਂ ਨੂੰ ਕਿੰਨੀ ਖੁਸ਼ੀ ਹੋਈ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਦੀ ਇਸ ਲੰਮੀ ਉਦਾਸੀ ਸਮੇਂ ਮਾਤਾ ਤ੍ਰਿਪਤਾ ਜੀ ਕਈ ਵਾਰ ਸੁਲਤਾਨਪੁਰ ਲੋਧੀ ਗਈ। ਨੂੰਹ ਤੇ ਪੋਤਰਿਆਂ ਨੂੰ ਕਈ ਵਾਰ ਤਲਵੰਡੀ ਲਿਜਾਣ ਲਈ ਜ਼ੋਰ ਦਿੱਤਾ, ਪਰ ਬੇਬੇ ਨਾਨਕੀ ਜੀ ਨੇ ਜਾਣ ਨਾ ਦਿੱਤਾ। ਉਹ ਮਾਂ ਤ੍ਰਿਪਤਾ ਨੂੰ ਸਦਾ ਆਖਦੀ ਕਿ ਵੀਰ ਮੇਰਾ ਆਪਣੇ ਪਰਿਵਾਰ ਦੀ ਦੇਖਭਾਲ ਮੇਰੇ ਸਪੁਰਦ ਕਰਕੇ ਗਿਆ ਹੈ। ਮੈਂ ਇਹਨਾਂ ਨੂੰ ਇੱਕ ਪਲ ਲਈ ਵੀ ਨਿਖੇੜ ਨਹੀਂ ਸਕਦੀ। ਮੈਨੂੰ ਇਹਨਾਂ ਦੀ ਸੰਭਾਲ ਵਿੱਚ ਜੋ ਆਨੰਦ ਮਿਲ ਰਿਹਾ ਹੈ, ਮੈਂ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਆਪਣੀ ਦੂਜੀ ਉਦਾਸੀ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਪੱਛਮੀ ਕੰਢੇ ਤੇ ਇੱਕ ਨਵਾਂ ਨਗਰ ਕਰਤਾਰਪੁਰ ਵਸਾਇਆ। ਆਪਣੇ ਪਰਿਵਾਰ ਨੂੰ ਉਹ ਕਰਤਾਰਪੁਰ ਰਾਵੀ ਲੈ ਆਏ। ਉਸੇ ਸਮੇਂ ਆਪਣੇ ਬਜ਼ੁਰਗ ਮਾਤਾ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਨੂੰ ਵੀ ਕਰਤਾਰਪੁਰ ਲੈ ਆਂਦਾ। ਬੇਬੇ ਨਾਨਕੀ ਅਕਾਲ ਚਲਾਣਾ ਕਰ ਚੁੱਕੀ ਸੀ। ਬਿਰਧ ਮਾਤਾ ਤ੍ਰਿਪਤਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਤੇ ਪਤਨੀ ਨਾਲ ਰਹਿਣ ਦਾ ਅਵਸਰ ਮਿਲ ਗਿਆ। ਗੁਰੂ ਨਾਨਕ ਦੇਵ ਜੀ ਵੀ ਆਪਣੀਆਂ 4 ਉਦਾਸੀਆਂ ਪਿੱਛੋਂ ਕਰਤਾਰਪੁਰ ਹੀ ਆ ਕੇ ਰਹਿਣ ਲੱਗੇ। ਇੱਥੇ ਹੀ ਉਹਨਾਂ ਨੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੇ 3 ਸੂਤਰੀ ਪ੍ਰੋਗਰਾਮ ਨੂੰ ਅਮਲੀ ਰੂਪ ਦੇਣਾ ਸ਼ੁਰੂ ਕੀਤਾ। ਕਰਤਾਰਪੁਰ ਵਿੱਚ ਹੀ ਮਾਤਾ ਤ੍ਰਿਪਤਾ ਜੀ ਗੁਰਪੁਰੀ ਸਿਧਾਰ ਗਏ।
ਇੱਥੇ ਹੀ ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਭਾਈ ਕਾਨ ਸਿੰਘ ਨਾਭਾ ਅਨੁਸਾਰ ਮਾਤਾ ਤ੍ਰਿਪਤਾ ਜੀ ਦਾ ਅਕਾਲ ਚਲਾਣਾ ਸੰਮਤ 1579 ਅਤੇ ਸੰਨ 1522 ਨੂੰ ਹੋਇਆ। ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਵਿੱਚ ਮਾਤਾ ਤ੍ਰਿਪਤਾ ਦਾ ਦੇਹਾਂਤ ਤਲਵੰਡੀ ਵਿੱਚ ਹੋਇਆ ਲਿਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।